इस भारत मुल्क नूं आज़ाद कराउण वास्ते अनेकां ही शहीदां दा खून इस धरती ते डुੱਲਿਆ। देश नूं आज़ादी कराउण लई अनेकां शहीदां ने अपणीਆਂ कुर्बानियां कीतीਆਂ, पर समय ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਉਹਨਾਂ ਦੀਆਂ ਸ਼ਹੀਦੀਆਂ ਨੂੰ ਜਿਹੜਾ ਅਣਗੌਲਿਆਂ ਕਰ ਦਿੱਤਾ। ਅਜਿਹੇ ਹੀ ਇੱਕ ਸ਼ਹੀਦ ਦੀ ਗੱਲ ਕਰਨ ਜਾ ਰਹੇ ਹਾਂ, ਸ਼ਹੀਦ ਬਾਬਾ ਸੋਹਣ ਸਿੰਘ ਭਕਨਾ। ਉਹਨਾਂ ਦੇ ਸਮਾਰਕ ਦੇ ਸਾਹਮਣੇ ਇਸ ਵਕਤ ਖੜੇ ਹਾਂ। ਉਹਨਾਂ ਦਾ ਜੱਦੀ ਪਿੰਡ ਆ ਭਕਨਾ, ਜਿਹੜਾ ਕਿ ਅੰਮ੍ਰਿਤਸਰ ਤੋਂ ਸਿਰਫ ਮਹਿਜ਼ 15-16 ਕਿਲੋਮੀਟਰ ਦੀ ਦੂਰੀ ਤੇ ਹੈ। ਪਰ ਗੱਲ ਕਰੀਏ ਤਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਨੂੰ ਹਮੇਸ਼ਾ ਅਣਗੌਲਿਆਂ ਕੀਤਾ ਗਿਆ। ਹਾਲਾਤ ਇਹ ਨੇ ਕਿ ਬਾਬਾ ਜੀ ਦਾ ਸਮਾਰਕ ਇੱਥੇ ਬਣਾਇਆ ਗਿਆ, ਪਰ ਉਸ ਸਮਾਰਕ ਨੂੰ ਬਣਾਉਣ ਵਿੱਚ ਕਿਸੇ ਵੀ ਸਰਕਾਰ ਵੱਲੋਂ ਜਿਹੜੀ ਆ ਕਿਸੇ ਕਿਸਮ ਦੀ ਜਿਹੜੀ ਕੋਈ ਵੀ ਸਹਾਇਤਾ ਜਿਹੜੀ ਨਹੀਂ ਕੀਤੀ ਗਈ। ਜਿਹੜੇ ਬਾਬਾ ਜੀ ਦਾ ਪਰਿਵਾਰ ਆ, ਜਾਂ ਤਾਂ ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ, ਔਰ ਜਾਂ ਫਿਰ ਜਿਹੜੇ ਪਿੰਡ ਵਾਸੀ ਨੇ ਥੋੜ੍ਹਾ ਉਹਨਾਂ ਦੇ ਸਹਿਯੋਗ ਦੇ ਨਾਲ ਬਾਬਾ ਜੀ ਦੇ ਸਮਾਰਕ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਉਹਨਾਂ ਦਾ ਪਰਿਵਾਰਕ ਮੈਂਬਰ ਜਿਹੜੇ ਕਰ ਰਹੇ ਨੇ। ਸਾਡੇ ਨਾਲ ਇਸ ਵਕਤ ਮੌਜੂਦ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਜਸਬੀਰ ਸਿੰਘ ਗਿੱਲ ਜੀ, ਜਿਹੜੇ ਕਿ ਬਾਬਾ ਜੀ ਦੇ ਪੜਪੋਤਰੇ। ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਹਾਂਜੀ ਜਸਬੀਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇਜ਼ ਨਿਊਜ਼ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ ਸਾਡੀ ਪੂਰੀ ਸਮੂਹ ਟੀਮ ਦਾ। ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਤਾਂ ਥੋੜ੍ਹਾ ਜਿਹਾ ਬਾਬਾ ਜੀ ਦੇ ਪਿਛੋਕੜ ਬਾਰੇ ਸਾਨੂੰ ਦੱਸੋ, ਕੀ ਉਹਨਾਂ ਦਾ ਇਤਿਹਾਸ ਸੀਗਾ, ਕਿਸ ਤਰ੍ਹਾਂ ਦੀ ਉਹਨਾਂ ਦੀ ਰਹਿਣੀ ਸਹਿਣੀ, ਉਹ ਸੋਚ ਕਿਸ ਤਰ੍ਹਾਂ ਦੀ ਸੀ। ਗੱਲ ਕਰਦੇ ਹਾਂ ਜੀ ਬਾਬਾ ਜੀ ਦੇ ਬਚਪਨ ਬਾਰੇ। ਬਾਬਾ ਜੀ 4 ਜਨਵਰੀ 1870 ਨੂੰ ਭਕਨਾ ਕਲਾਂ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ, ਔਰ ਬਚਪਨ ਤੋਂ ਹੀ ਉਹਨਾਂ ਦੇ ਅੰਦਰ ਜਿਹੜੀ ਹੈ ਇੱਕ ਸਮਾਜ ਸੇਵਾ ਦੀ ਜਿਹੜੀ ਕਰਨ ਦੀ ਅੰਦਰ ਚਿੰਗ ਸੀਗੀ, ਜਿਸ ਨੂੰ ਅੱਗੇ ਲਿਜਾ ਕੇ ਉਹਨਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਆਪਣੀ ਜਿਹੜੀ ਪੂਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਸੀਗੀ। ਜਦੋਂ ਰੋਜੀ ਰੋਟੀ ਕਮਾਉਣ ਵਾਸਤੇ ਆਮ ਦੂਜੇ ਦੇਸ਼ ਭਗਤਾਂ ਵਾਂਗੂ ਆਪਣੇ ਜਿੰਨੇ ਵੀ ਹੈਗੇ ਸੀ ਹਿੰਦੁਸਤਾਨ ਦੇ ਨਾਗਰਿਕ ਸਾਡੇ ਨੌਜਵਾਨ, ਉਹਨਾਂ ਵਾਂਗੂ ਉਹ ਵੀ ਅਮਰੀਕਾ ਦੀ ਧਰਤੀ 'ਤੇ ਗਏ ਸੀਗੇ। ਉਸ ਟਾਈਮ 'ਤੇ ਕੋਈ ਪਾਸਪੋਰਟ ਦੀ ਅਵਸਥਾ ਨਹੀਂ ਸੀ ਹੁੰਦੀ, ਔਰ ਉਹ ਇੱਕ ਨੋਰਮਲ ਜਿਹਾ ਇੱਕ ਜੋ ਮੈਡੀਕਲ ਹੁੰਦਾ ਸੀ, ਜਿਹਨੂੰ ਆਪਾਂ ਡਾਕਟਰੀ ਕਹਿ ਦਿੰਦੇ, ਅੱਖਾਂ ਦਾ ਕੋਈ ਟੈਸਟ ਹੁੰਦਾ ਸੀਗਾ। ਉਹਦੇ ਵਿੱਚ 10 ਜਾਣੇ ਸੀਗੇ, ਜਿਨ੍ਹਾਂ ਵਿੱਚੋਂ ਇਕੱਲੇ ਬਾਬਾ ਜੀ ਪਾਸ ਹੋਏ ਸੀਗੇ। ਉਹ ਬਾਬਾ ਜੀ ਸਟਾਰਟਿੰਗ ਤੋਂ ਹੀ ਮਤਲਬ ਜਿਹੜੇ ਨੇ ਉਹ ਰਹੇ ਨੇ ਧਾਰਮਿਕ ਵਿਚਾਰਾਂ ਵਾਲੇ। ਜਦੋਂ ਸੰਤ ਮਾਵੇ ਵਾਲਿਆਂ ਨਾਲ ਉਹਨਾਂ ਦਾ ਮੇਲ ਹੋਇਆ, ਔਰ ਵੱਖੋ ਵੱਖ ਕਈ ਤਰ੍ਹਾਂ ਦੇ ਮਤਲਬ ਜਿਹੜੇ ਕਸ਼ਟ ਸਹਾਰਦੇ ਹੋਏ ਉਹ 1-2 ਮਹੀਨੇ ਤੱਕ ਜਿਹੜੀ ਉਹ ਅਗਲੇ ਬੰਨੇ ਅਮਰੀਕਾ ਦੀ ਧਰਤੀ 'ਤੇ ਲੱਗੇ ਸੀਗੇ। ਉੱਥੇ ਜਾ ਕੇ ਵੀ ਬਾਬਾ ਜੀ ਨੇ ਜਿਹੜੀ ਆ ਇਹ ਸਮਾਜ ਸੇਵਾ ਨਹੀਂ ਛੱਡੀ, ਔਰ ਜਦੋਂ ਰੋਜੀ ਰੋਟੀ ਕਮਾਉਣ ਵਾਸਤੇ ਜਿਸ ਤਰ੍ਹਾਂ ਸਾਡੇ ਦੂਜੇ ਨੌਜਵਾਨ ਸੀ ਉਹਨਾਂ ਨੂੰ ਕੰਮ ਲੱਭਣ ਵਾਸਤੇ ਵੱਖ ਵੱਖ ਜਗ੍ਹਾ 'ਤੇ ਗਏ। ਇਸੇ ਦੌਰਾਨ ਜਦੋਂ ਇੱਕ ਕਾਰਖਾਨੇ ਦੇ ਵਿੱਚ ਲੱਕੜ ਦਾ ਕਾਰਖਾਨਾ ਸੀਗਾ, ਉੱਥੇ ਕੰਮ ਲੈਣ ਵਾਸਤੇ ਗਏ, ਤਾਂ ਉੱਥੋਂ ਦਾ ਜਿਹੜਾ ਮਾਲਕ ਸੀਗਾ ਉਹ ਅੰਗਰੇਜ਼ ਸੀਗਾ। ਉਹਨਾਂ ਨੇ ਬਾਬਾ ਜੀ ਔਰ ਇਹਨਾਂ ਦੇ ਸਾਥੀਆਂ ਨੂੰ ਇੱਕ ਗੱਲ ਕਹੀ ਵੀ ਤੁਸੀਂ ਹਿੰਦੁਸਤਾਨ ਤੋਂ ਆਏ ਜੇ, ਔਰ ਤੁਸੀਂ ਜਿਹੜੇ ਜੇ ਲੱਖਾਂ ਔਰ ਕਰੋੜ ਦੀ ਤਰ੍ਹਾਂ ਜਿਹੜੇ ਆ ਭੇਡਾਂ ਬੱਕਰੀਆਂ ਜੇ ਤਾਂ ਭੇਡਾਂ ਨੂੰ ਜਿੱਧਰ ਫੜ ਕੇ ਮੋੜ ਦਿੱਤਾ ਜਾਂਦਾ, ਇੱਕ ਮੁੱਠੀ ਭਰ ਅੰਗਰੇਜ਼ ਜਿਹੜੇ ਆ ਉਹ ਤੁਹਾਡੇ 'ਤੇ ਕਬਜ਼ਾ ਕਰੀ ਬੈਠੇ ਆ, ਉਹ ਭੇਡਾਂ ਵਾਂਗੂ ਤੁਹਾਨੂੰ ਲਈ ਫਿਰਦੇ ਨੇ। ਜਾਓ ਪਹਿਲੋਂ ਜਾ ਕੇ ਆਪਣਾ ਹਿੰਦੁਸਤਾਨ, ਆਪਣਾ ਭਾਰਤ, ਆਪਣਾ ਦੇਸ਼ ਆਜ਼ਾਦ ਕਰਵਾਓ। ਜਦੋਂ ਦੇਸ਼ ਆਜ਼ਾਦ ਹੋ ਜਾਊਗਾ ਤੁਸੀਂ ਸਾਡੇ ਕੋਲ ਆਓਗੇ, ਔਰ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਹੀ ਨਹੀਂ ਕਰੂੰਗਾ, ਤੁਹਾਨੂੰ ਹਰ ਇੱਕ ਤਰ੍ਹਾਂ ਦਾ ਕੰਮ ਕੀ ਤੁਹਾਨੂੰ ਮਾਲਕ ਬਣਾ ਦੇਵਾਂਗਾ ਇੱਥੋਂ ਦਾ। ਉਹ ਇਸ ਤਰ੍ਹਾਂ ਦੀ ਜਦੋਂ ਉਹਨਾਂ ਨੂੰ ਤਾਨੇ ਮਿਹਨੇ ਉੱਥੇ ਵੱਜੇ ਜਾ ਕੇ ਉਹ ਦੇਸ਼ਾਂ ਦੀ ਧਰਤੀ ਦੇ ਉੱਤੇ, ਤਾਂ ਫਿਰ ਬਾਬਾ ਜੀ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਜਿਹੜਾ ਵਾ ਇਨਕਲਾਬ ਉੱਠਿਆ, ਔਰ ਉਹ ਦੇਸ਼ ਦੇ ਹੀ ਹੋ ਕੇ ਰਹਿ ਗਏ। ਉਦੋਂ ਜਦੋਂ ਕਈ ਕ੍ਰਾਂਤੀਕਾਰੀਆਂ ਨਾਲ ਉਹਨਾਂ ਦਾ ਮੇਲ ਹੋਇਆ, ਔਰ ਇੱਕ ਗਦਰ ਅਖਬਾਰ ਜਿਹੜੀ ਆ ਉੱਥੇ ਉਹ ਪਰਚਾ ਕੱਢਣਾ ਸਟਾਰਟ ਕੀਤਾ, ਜਿਹਦਾ ਕਰਤਾਰ ਸਿੰਘ ਸਰਾਭਾ ਜਿਹੜਾ ਵਾ ਉਹਨਾਂ ਦੇ ਆਗੂ ਬਣੇ ਸੀਗੇ। ਔਰ ਉਹਨਾਂ ਦੇ ਉਸੇ ਹੀ ਤਹਿਤ ਜਿਹੜਾ ਇੱਕ ਗਦਰ ਪਾਰਟੀ ਜੋ ਬਣਾਈ ਗਈ, ਜਿਹਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਬਣਾਇਆ ਗਿਆ। ਜੇ ਮੈਂ ਗੱਲ ਕਰਾਂ ਤਾਂ ਗਦਰ ਲਹਿਰ ਦੀ ਸ਼ੁਰੂਆਤ ਜਿਹੜੀ ਉਹ ਕਿਸ ਤਰ੍ਹਾਂ ਹੋਈ, ਔਰ ਇਹਨੂੰ ਸ਼ੁਰੂ ਕਰਨ ਦਾ ਕਾਰਨ ਕੀ ਸੀਗਾ ਬਾਬਾ ਜੀ ਵੱਲੋਂ? ਵੇਖੋ ਜੀ, ਜਿਹੜੀ ਗਦਰ ਲਹਿਰ ਸਟਾਰਟ ਹੋਈ ਹੈ ਨਾ, ਸਭ ਤੋਂ ਪਹਿਲਾਂ ਇਹਦਾ ਨਾਂ ਸੀਗਾ ਹਿੰਦੁਸਤਾਨ ਐਸੋਸੀਏਸ਼ਨ। ਇਹ ਕੁਝ ਜਿਹੜੇ ਕ੍ਰਾਂਤੀਕਾਰੀ ਕੋਈ ਦੇਸ਼ ਭਗਤ ਜਿਹੜੇ ਉਹਨਾਂ ਨੇ ਇਕੱਠੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆਪਣੀ ਸੋਚ ਰੱਖਣ ਵਾਲੇ, ਔਰ ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਸੀਗੀਆਂ। ਜਿਸ ਤਰ੍ਹਾਂ ਇੱਕ ਸੰਸਥਾ ਬਣਾਈ ਜਾਂਦੀ ਆ, ਔਰ ਉਹਦੇ ਵਿੱਚ ਉਹਦਾ ਆਗੂ ਜਦੋਂ ਬਾਬਾ ਸੋਹਣ ਸਿੰਘ ਭਕਨਾ ਨੂੰ ਚੁਣ ਲਿਆ ਗਿਆ ਵੀ ਜੋ ਵੀ ਇੱਥੋਂ ਇਸ ਗਦਰ ਜੋ ਹੈਗੇ ਪ੍ਰਧਾਨ ਨੇ ਬਾਬਾ ਸੋਹਣ ਸਿੰਘ ਜੀ ਭਕਨਾ, ਜੋ ਇਸ ਐਸੋਸੀਏਸ਼ਨ ਵੱਲੋਂ ਜਿਹੜਾ ਜੋ ਸੁਝਾਅ ਦਿੱਤਾ ਜਾਊਗਾ ਉਹ ਸਾਰੇ ਜਿੰਨੇ ਵੀ ਦੇਸ਼ ਭਗਤ ਨੇ ਔਰ ਹਿੰਦੁਸਤਾਨ ਤੱਕ ਜਿਹੜਾ ਵਾ ਉਹ ਪਰਚਿਆਂ ਰਹੀ ਉਹ ਪਹੁੰਚਦਾ ਸੀਗਾ। 1857 ਦੀ ਕ੍ਰਾਂਤੀ ਨੂੰ ਲੈ ਕੇ ਉਹਦਾ ਨਾਂ ਸੀ ਗਦਰ ਲਹਿਰ। ਉਸੇ ਦਾ ਨਾਮ ਬਦਲ ਕੇ ਫਿਰ ਇਹਦਾ ਵਾ ਜਿਹੜਾ ਹਿੰਦੁਸਤਾਨ ਐਸੋਸੀਏਸ਼ਨ ਦਾ ਨਾਮ ਹੀ ਗਦਰ ਪਾਰਟੀ ਰੱਖ ਦਿੱਤਾ ਗਿਆ, ਜਿਹਦੇ ਵੀ ਦੁਬਾਰਾ ਤੋਂ ਜਿਹੜੀਆਂ ਮੀਟਿੰਗਾਂ ਹੋਈਆਂ ਉਹਨਾਂ ਦੇ ਪ੍ਰਧਾਨ ਵੀ ਬਾਬਾ ਜੀ ਨੂੰ ਬਣਾਇਆ ਗਿਆ, ਬਾਬਾ ਸੋਹਣ ਸਿੰਘ ਭਕਨਾ ਜੀ ਨੂੰ। ਔਰ ਇਹ ਗਦਰ ਪਾਰਟੀ ਬਣਾਉਣ ਦਾ ਮਕਸਦ ਹੈਗਾ ਵੀ ਇੱਕ ਪਾਰਟੀ ਤੋਂ ਜਦੋਂ ਇੱਥੋਂ ਸੰਦੇਸ਼ ਦਿੱਤਾ ਜਾਂਦਾ ਵਾ, ਉਹ ਫਿਰ ਵੱਖ-ਵੱਖ ਜਗ੍ਹਾ ਦੇ ਉੱਤੇ ਜਦੋਂ ਪਹੁੰਚ ਕੇ ਪਰਚਾ ਪਹੁੰਚਦਾ ਸੀਗਾ, ਹਿੰਦੁਸਤਾਨ ਵਿੱਚ ਪਹੁੰਚਦਾ ਸੀਗਾ, ਜੋ ਸਾਡੇ ਉੱਥੇ ਕ੍ਰਾਂਤੀਕਾਰੀ ਬੈਠੇ ਸੀ ਉਹਨਾਂ ਤੱਕ ਆਵਾਜ਼ ਪਹੁੰਚਦੀ ਸੀ। ਔਰ ਇੱਕ ਤਰੀਕ ਦਿੱਤੀ ਗਈ ਵੀ ਗਦਰ ਜਿਹੜਾ ਮਚਾਉਣ ਵਾਸਤੇ ਪੂਰੇ ਹਿੰਦੁਸਤਾਨ ਦੇ ਵਿੱਚ
ਸੋ ਇਸ ਤਰ੍ਹਾਂ ਦੀ ਸੋਚ ਦੇ ਧਾਰਨੀ ਸੀ। ਉਹ ਇਹ ਮਕਸਦ ਸੀਗਾ ਇੱਕ ਵੀ ਇੱਕ ਮੁੱਠ ਸਾਰਿਆਂ ਨੂੰ ਕ੍ਰਾਂਤੀਕਾਰੀਆਂ ਕਰਨਿਆਂ ਨੂੰ, ਤਾਂ ਹੀ ਇਹ ਗਦਰ ਲਹਿਰ ਜਿਹੜੀ ਉਹ ਸ਼ੁਰੂਆਤ ਕੀਤੀ ਗਈ ਸੀਗੀ। ਸਾਡੇ ਨਾਲ ਉਹਨਾਂ ਦੇ ਹੋਰ ਵੀ ਜਿਹੜੇ ਪਰਿਵਾਰਕ ਮੈਂਬਰ, ਉਹਨਾਂ ਦੇ ਪੜਪੋਤਰੇ ਮੌਜੂਦ ਨੇ, ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਬਾਬਾ ਜੀ ਦਾ ਸੁਭਾਅ ਰਹਿੰਦਾ ਸੀ, ਆਪਣੇ ਬਜ਼ੁਰਗਾਂ ਕੋ ਕੀ ਸੁਣਦੇ ਰਹੇ ਨੇ। ਹਾਂਜੀ, ਤੁਹਾਡਾ ਨਾਮ ਵੀਰ ਜੀ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਜਸਵਿੰਦਰ ਜੀ, ਤੁਸੀਂ ਤੁਹਾਡੇ ਪੜਦਾਦਾ ਜੀ ਸੀਗੇ ਬਾਬਾ ਸੁੰਦਰ ਸਿੰਘ ਭਗਨਾ ਜੀ, ਤੇ ਤੁਸੀਂ ਆਪਣੇ ਦਾਦਾ ਜੀ ਕੋਲੋਂ ਜਾਂ ਆਪਣੇ ਪਿਤਾ ਜੀ ਕੋਲੋਂ ਕਿਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਬਾਬਾ ਜੀ ਬਾਰੇ ਸੁਣਦੇ ਸੀ? ਬਹੁਤ ਵਧੀਆ ਜੀ। ਸਾਡੇ ਪਿਤਾ ਜੀ ਦੱਸਦੇ ਹੁੰਦੇ ਸੀ ਬਾਬਾ ਜੀ ਦੀ ਜਿਹੜੀ ਸੋਚ ਸੀ ਨਾ, ਉਹ ਵਿਦਿਆ ਨੂੰ ਲੈ ਕੇ ਬਹੁਤ ਅਹਿਮੀਅਤ ਦਿੰਦੇ ਸੀ। ਉਹ ਵੀ ਜਿਹੜੀ ਪੜ੍ਹਾਈ ਆ ਬਹੁਤ ਜ਼ਰੂਰੀ ਆ, ਕਿਉਂਕਿ ਉਹ ਬਾਹਰ ਜਾ ਕੇ ਅਮਰੀਕਾ ਵਰਗੇ ਦੇਸ਼ਾਂ ਵੱਡਿਆਂ 'ਚ ਵੇਖ ਕੇ ਆਏ ਸੀ। ਜਾ ਕੇ ਉਹਨਾਂ ਵੇਖਿਆ ਸੀ ਪੜ੍ਹਾਈ ਜਿਹੜੀ ਆ ਉਹ ਜ਼ਰੂਰੀ ਆ। ਉਹ ਦੱਸਦੇ, ਡੈਡੀ ਨੂੰ ਦੱਸਦੇ ਤੇ ਸਾਨੂੰ ਆਪ ਉਹਨਾਂ ਨੇ ਸਕੂਲ ਉਂਗਲ ਫੜ ਕੇ ਸਾਨੂੰ ਛੱਡ ਕੇ ਆਉਂਦੇ ਹੁੰਦੇ ਸੀ ਵੀ ਬੇਟਾ ਪੜ੍ਹਨਾ ਆ, ਤੁਹਾਂ ਜਿਹੜਾ ਪੜ੍ਹਾਈ ਉਹ ਜ਼ਰੂਰੀ ਆ, ਬਹੁਤ ਵਧੀਆ ਵਾ। ਅਤੇ ਫਿਰ ਹੋਰ ਕਈ ਗੱਲਾਂ ਉਹ ਕਹਿੰਦੇ ਬਾਬਾ ਜੀ ਦੱਸਣਾ ਵੀ ਪੁੱਤਰ ਕੋਈ ਇਹੋ ਜਿਹਾ ਟਾਈਮ ਆਊਗਾ ਜਦੋਂ ਤੁਸੀਂ ਉਂਗਲ ਨਾਲ ਹੀ ਪਾਣੀ ਧਰਤੀ 'ਚੋਂ ਨਿਕਲੂਗਾ। ਉਹ ਸਮੇਂ ਖੂਹਾਂ ਦਾ ਅਤੇ ਲੋਕਾਂ ਦਾ ਬੜਾ ਪਿੱਛੇ ਹੀ ਸਾਰਾ ਹੀ। ਉਹਨਾਂ ਨੇ ਫਿਰ ਸੋਚ ਕੇ ਹੈਰਾਨ ਹੋਣਾ ਵੀ ਕਿੱਦਾਂ ਅਸੀਂ ਤਾਂ ਸਾਰਾ ਦਿਨ ਖੂਹ ਵਾਹ ਮਰ ਜਾਂਦੇ, ਬਾਬਾ ਜੀ ਕਿਹੋ ਜਿਹੀਆਂ ਗੱਲਾਂ ਕਰਦੇ ਨੇ, ਕਿਉਂਕਿ ਉਹਨਾਂ ਸਭ ਕੁਝ ਵੇਖਿਆ ਸੀ ਉੱਥੇ ਜਾ ਕੇ। ਅਤੇ ਉਹ ਫਿਰ ਉਹੀ ਸਮਾਂ ਆ ਗਿਆ, ਵੇਖੋ ਆਪਾਂ ਨੂੰ ਉਂਗਲ ਲਾਉਣੇ ਆ ਅਤੇ ਉਹ ਧਰਤੀ ਤੋਂ ਪਾਣੀ ਬਾਹਰ ਆ ਜਾਂਦਾ ਵਾ। ਇਹੋ ਜਿਹੀ ਸੋਚ ਸੀ ਬਾਬਾ ਜੀ ਦੀ, ਸਮਾਜ ਪ੍ਰਤੀ, ਦੇਸ਼ ਪ੍ਰਤੀ ਚੰਗੀ ਸੋਚ ਰੱਖਦੇ ਸੀ। ਤੇ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਅਕਸਰ ਇਹ ਵੀ ਸੁਣਦੇ ਹੋ ਕਿ ਕਿਸ ਤਰ੍ਹਾਂ ਦੀ ਕੁਰਬਾਨੀ ਜਿਹੜੀ ਆ ਉਹ ਬਾਬਾ ਜੀ ਨੇ ਦਿੱਤੀ, ਔਰ ਗਦਰ ਲਹਿਰ ਦੀ ਜਿਹੜੀ ਆ ਉਹ ਕਿਸ ਤਰ੍ਹਾਂ ਸ਼ੁਰੂਆਤ ਕੀਤੀ, ਕੀ ਉਹਨਾਂ ਦੇ ਇਤਿਹਾਸ ਬਾਰੇ ਤੁਸੀਂ ਆਪਣੇ ਬਜ਼ੁਰਗਾਂ ਕੋਲ ਹੁਣ ਤੱਕ ਸੁਣਿਆ, ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸੀਗੇ ਉਹ ਜੀ? ਇਸ ਤਰ੍ਹਾਂ ਹੀ ਬਹੁਤ ਵਧੀਆ ਉਹਨਾਂ ਦਾ, ਜਦੋਂ ਵੇਖਿਆ ਦੇਸ਼ ਵਿੱਚ ਗੁਲਾਮ ਆ ਦੇਸ਼ ਸਾਡਾ ਦੂਰੇ ਦੇ ਤਹਿਤ, ਉਹਨਾਂ ਨੇ ਫਿਰ ਜਦੋਂ ਆਪਣਾ ਹਲੂਣਾ ਵੱਜਾ ਉਹਨਾਂ ਨੂੰ ਵੀ ਸਾਨੂੰ ਜਿਹੜੀ ਗੁਲਾਮੀ ਜਿਹੜੀ ਆਪਣੇ ਕੋਲੋਂ ਲਾਉਣੀ ਚਾਹੀਦੀ ਆ, ਅਤੇ ਉਹ ਲੱਥੂ ਕਿੱਦਾਂ, ਉਹ ਅਸੀਂ ਕੁਰਬਾਨੀਆਂ ਦੇਵਾਂਗੇ, ਦੇਸ਼ ਭਗਤੀ ਦੇ ਨਾਲ ਸਾਨੂੰ ਪ੍ਰੇਮ ਹੋਊਗਾ, ਅਤੇ ਫਿਰ ਹੀ ਅਸੀਂ ਇਹਨਾਂ ਲੋਕਾਂ ਤੋਂ ਜਿਹੜੀ ਗੁਲਾਮੀ ਆਪਣਾ ਦੇਸ਼ ਆਜ਼ਾਦ ਕਰਾ ਸਕਾਂਗੇ। ਉਹਨਾਂ ਨੇ ਕਈ ਲਹਿਰਾਂ ਚਲਾਈਆਂ, ਜਿਸ ਤਰ੍ਹਾਂ ਨੇ ਸਾਰੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਦੇਸ਼ ਭਗਤਾਂ ਨੇ। ਹੋਰ ਵੀ ਆਪਣੇ ਬਾਬਾ ਜੀ ਚਲੋ ਪ੍ਰਧਾਨ ਸੀ ਪਾਰਟੀ ਦੇ, ਇਹਨਾਂ ਲੈ ਕੇ ਚੱਲੇ ਨਾਲ ਕਰਤਾਰ ਸਿੰਘ ਸਰਾਭਾ ਅਤੇ ਜਿਹੜੇ ਹੋਰ ਵੀ ਜਿੰਨੇ ਦੇਸ਼ ਭਗਤ ਸੀ, ਉਹ ਇਹਨਾਂ ਦੀ ਸੋਚ ਦੇ ਨਾਲ ਧਾਰਨੀ ਕਰਕੇ ਅਤੇ ਫਿਰ ਉਹਨਾਂ ਨੇ ਅੱਗੇ ਲੈ ਕੇ ਦੇਸ਼ ਨੂੰ ਆਪਣੀਆਂ ਕੁਰਬਾਨੀਆਂ ਦੇਸ਼ ਭਗਤਾਂ ਨੇ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ। ਬਿਲਕੁਲ ਜੀ, ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਜਿਹੜੇ ਇਹ ਬਾਬਾ ਜੀ ਸੀਗੇ, ਇਹਨਾਂ ਦੀ ਜਿਹੜੀ ਵਿਚਾਰਧਾਰਾ ਸੀਗਾ, ਇਹ ਮੇਨ ਜਿਹੜਾ ਸੀਗਾ ਵਿੱਦਿਆ ਦੇ ਖੇਤਰ ਨੂੰ ਜਿਹੜਾ ਉਹ ਜ਼ਿਆਦਾ ਆਪਣੇ ਕਰਦੇ ਸੀਗੇ। ਅਤੇ ਮੈਂ ਆਪਣੇ ਕੈਮਰਾਮੈਨ ਕੋਲ ਥੋੜ੍ਹਾ ਹਾਲਾਤ ਦਿਖਾਉਣਗੇ, ਯਾਦਗਾਰ ਦੇ ਹਾਲਾਤ ਕੀ ਨੇ। ਉੱਪਰ ਲੈਂਟਰ ਦੀ ਗੱਲ ਕਰੀਏ ਤਾਂ ਲੈਂਟਰ ਟੁੱਟਾ ਹੋਇਆ, ਕਿਸੇ ਵੀ ਸਮੇਂ ਦੀ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਗਿਆ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਾਂ, ਇੱਕ ਹੋਰ ਪਰਿਵਾਰਕ ਮੈਂਬਰ ਮੌਜੂਦ ਨੇ, ਸਭ ਤੋਂ ਪਹਿਲਾਂ ਆਪਣਾ ਨਾਂ ਦੱਸ ਦਿਓ ਬਾਈ। ਮੇਰਾ ਗੁਰਦੀਪ ਸਿੰਘ ਹੈ ਜੀ। ਗੁਰਦੀਪ ਸਿੰਘ ਜੀ, ਮੈਂ ਗੱਲ ਕਰਾਂ ਤਾਂ ਜਿਹੜੀ ਇਸ ਵਕਤ ਬਾਬਾ ਜੀ ਦੀ ਯਾਦਗਾਰ ਹੈ ਬੜੀ ਖਸਤਾ ਹਾਲਤ ਦੇ ਵਿੱਚ ਆ, ਕੀ ਗੱਲ ਕਿਸੇ ਸਰਕਾਰ ਨੂੰ ਤੁਸੀਂ ਲਿਖ ਕੇ ਨਹੀਂ ਦਿੱਤਾ ਜਾਂ ਕੋਈ ਸਰਕਾਰੀ ਨੁਮਾਇੰਦਾ ਅਜੇ ਤੱਕ ਪਹੁੰਚਿਆ ਨਹੀਂ ਵੀ ਹਾਲਾਤ ਦੇਖਣ ਲਈ ਜਗ੍ਹਾ ਦੇ ਹਾਲਾਤ ਕੀ ਨੇ, ਜਦ ਕਿ ਐਡਾ ਵੱਡੇ ਕ੍ਰਾਂਤੀਕਾਰੀ ਹੋਏ ਨੇ? ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੀ, ਜਿਸ ਬਰਾਂਡੇ 'ਚ ਆਪਾਂ ਖੜੇ ਆ, ਇਹ ਖੁਦ ਬਾਬਾ ਜੀ ਨੇ ਆਪਣੇ ਹੱਥੀਂ ਬਣਵਾਇਆ ਜੀ। ਇਹ ਆਪਣੇ ਹੱਥੀਂ ਉਹਨਾਂ ਨੇ ਯਾਦਗਾਰ ਤਿਆਰ ਕੀਤੀ, ਅਤੇ ਇੱਥੇ ਉਹ ਜਿਹੜੇ ਬਾਹਰ ਨਾਅਰੇ ਲਿਖੇ ਨੇ ਬਾਬਾ ਜੀ ਨੇ ਖੁਦ ਆਪਣੇ ਹੱਥੀਂ ਲਿਖੇ ਨੇ। ਉਹ ਇਹ ਬਰਾਂਡੇ ਬਾਰੇ ਜਾਂ ਇਹ ਯਾਦਗਾਰ ਬਾਰੇ ਅਸੀਂ ਬਹੁਤ ਹੀ ਵਾਰ ਮੌਕੇ ਦੀਆਂ ਸਰਕਾਰਾਂ ਨੂੰ ਅਸੀਂ ਮਿਲੇ ਹਾਂ ਜੀ। ਜਿੱਦਾਂ ਸੜਕ ਦੀ ਗੱਲ ਆਪਾਂ ਕੀਤੀ ਆ, ਸੜਕ ਖਸਤਾ ਹਾਲਤ 'ਚ ਆ, ਸਾਰਾ ਚੀਜ਼ਾਂ ਅਸੀਂ ਆਏ ਬਗਾਏ ਸਰਕਾਰਾਂ ਨੂੰ ਪਹੁੰਚਦੇ ਰਹਿੰਦੇ ਹਾਂ, ਪਰ ਕੋਈ ਵੀ ਸਰਕਾਰ ਜਿਹੜੀ ਆ ਉਹ ਇਹਨਾਂ ਗਦਰੀ ਬਾਬਿਆਂ ਲਾ ਲਓ ਜਾਂ ਆਜ਼ਾਦੀ ਘੁਲਾਟੀਆਂ ਬਾਰੇ ਜਿਹੜਾ ਉਹ ਅੱਗੇ ਇਹਨਾਂ ਨੂੰ ਨਹੀਂ ਲਿਆਉਣੀ ਚਾਹੁੰਦੀ। ਸ਼ਾਇਦ ਜੇ ਬਾਬੇ ਗਾੜੀ ਆਉਂਦੇ ਆ ਅਤੇ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਆ ਉਹ ਪਿੱਛੇ ਜਾਂਦੇ ਆ, ਉਹ ਨਾ ਇਹਨਾਂ ਦੀਆਂ ਤਸਵੀਰਾਂ ਲਾਉਣ ਤੋਂ ਵੀ ਦਫ਼ਤਰਾਂ ਤੋਂ ਡਰਦੇ ਆ, ਅਤੇ ਇਹਨਾਂ ਨੂੰ ਆਪਣੇ ਗਾੜੀ ਨਹੀਂ ਲਿਆ ਸਕਦੇ ਕਿਉਂਕਿ ਇਹ ਗਾੜੀ ਆਉਂਦੇ ਆ ਅਤੇ ਇਹ ਪਿੱਛੇ ਜਾਂਦੇ ਆ। ਇਹ ਕਰਕੇ ਬਹੁਤ ਵਾਰੀ ਇਹਨਾਂ ਨੂੰ ਸਰਕਾਰਾਂ ਨੂੰ ਪਹੁੰਚ ਕੀਤੀ ਆ, ਅਤੇ ਤੁਹਾਡੇ ਸਾਹਮਣੇ ਆ ਜੀ ਜੋ ਆਪਾਂ ਬਰਾਂਡੇ ਦੀ ਜਾਂ ਇਸ ਸਾਰੀ ਯਾਦਗਾਰ ਦੀ ਹਾਲਤ ਆਪਾਂ ਦੇਖ ਰਹੇ ਹਾਂ। ਸਾਡੇ ਪਰਿਵਾਰ ਵੱਲੋਂ ਹੀ ਇਹਦੇ ਬਾਰੇ ਜੋ ਕੁਝ ਵੀ ਆ ਦੇਖ ਰੇਖ ਕੀਤੀ ਜਾਂਦੀ ਹੈ, ਸਰਕਾਰਾਂ ਵੱਲੋਂ ਸਾਨੂੰ ਕੋਈ ਮਦਦ ਨਹੀਂ ਮਿਲਦੀ ਜੀ। ਬਿਲਕੁਲ ਜੀ, ਬੇਹੱਦ ਅਫਸੋਸ ਦੀ ਗੱਲ ਹੈ ਕਿ ਸ਼ਹੀਦਾਂ ਨੇ ਕਈ ਜਿਹੜੀਆਂ ਉਹ ਕੁਰਬਾਨੀਆਂ ਕੀਤੀਆਂ, ਲੇਖਾਂ ਕ੍ਰਾਂਤੀਕਾਰੀ ਜਿਹੜੇ ਸ਼ਹੀਦ ਹੋਏ, ਜਿਨ੍ਹਾਂ ਦੇ ਨਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਉਂਗਲਾਂ 'ਤੇ ਨਾਮ ਗਿਣੇ ਵੀ ਨਹੀਂ ਜਾ ਸਕਦੇ। ਉਂਗਲਾਂ 'ਤੇ ਕੀ, ਜੇ ਕਿ ਇੱਕ ਪੂਰਾ ਇੱਕ ਕਮੇਟੀ ਬਣਾ ਦਿੱਤੀ ਜਾਵੇ 5 ਬੰਦੇ, ਤੇ ਸ਼ਾਇਦ ਜਿਹੜੇ ਕ੍ਰਾਂਤੀਕਾਰੀ ਜਿਹੜੇ ਹੋਏ ਨੇ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਸ ਨੂੰ ਗਿਣਿਆ ਨਹੀਂ ਜਾ ਸਕਦਾ। ਪਰ ਮਹਿਜ਼ 1-2 ਜਿਹੜੇ ਸ਼ਹੀਦ ਹੋਏ ਜਾਂ 1-2 ਜਿਹੜੇ ਲੋਕ ਸੀਗੇ ਕ੍ਰਾਂਤੀਕਾਰੀ, ਉਹਨਾਂ ਤੱਕ ਹੀ ਜਿਹੜੀ ਸਾਰੀ ਆਜ਼ਾਦੀ ਜਿਹੜੀ ਸਿਮਟ ਕੇ ਰਹਿ ਗਈ, ਉਹਨਾਂ ਨੂੰ ਜਿਹੜਾ ਇਹ ਕ੍ਰੈਡਿਟ ਦਿੱਤਾ ਜਾਂਦਾ। ਮੈਂ ਗੱਲਬਾਤ ਕਰਾਂਗਾ, ਫਿਰ ਵਾਪਸ ਆਉਂਦੇ ਹਾਂ ਜਸਬੀਰ ਸਿੰਘ ਜੀ ਕੋਲੇ, ਜਿਹੜੇ ਕਿ ਬਾਬਾ ਜੀ ਦੇ ਪੜਪੋਤਰੇ ਨੇ। ਅਤੇ ਬਾਬਾ ਜੀ, ਮੈਂ ਗੱਲ ਕਰਾਂ ਜਸਬੀਰ ਜੀ ਤੁਹਾਡੇ ਨਾਲ ਕਿ ਬਾਬਾ ਜੀ ਨੇ ਇੱਕ ਵਾਰੀ ਕਾਮਾਗਾਟਾ ਮਾਰੂ ਦੇ ਜਹਾਜ਼ ਦੇ ਨਾਲ ਉਹਨਾਂ ਜੜਿਆ, ਇੱਕ ਕਹਾਣੀ ਆ, ਉਹਦੇ ਬਾਰੇ ਥੋੜ੍ਹਾ ਦੱਸੋ ਸਾਨੂੰ।
ਹਾਂਜੀ ਬਿਲਕੁਲ ਜੀ। ਜੇ ਆਪਾਂ ਇਹ ਤੇ ਜਾਣਦੇ ਹਾਂ ਵੀ ਬਜ-ਬਜ ਘਾਟ ਦੇ ਉੱਤੇ ਜੋ ਮੁਸਾਫਰ ਸੀ ਜਹਾਜ਼ ਕਾਮਾ ਗਾਟਾ ਮਾਰੂ ਦੇ, ਜੋ ਬਾਬਾ ਗੁਰਦਿੱਤ ਸਿੰਘ ਨੇ ਕਿਰਾਏ ਤੇ ਲਿੱਤਾ ਸੀਗਾ, ਜੀ ਉਸ ਤੋਂ ਪਹਿਲਾਂ ਬੰਦਰਗਾਹ ਤੇ ਲੱਗਣ ਤੋਂ ਪਹਿਲਾਂ ਫਿਰ ਮਹਾਨ ਦੇਸ਼ ਭਗਤ ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਜੀ ਪਖਨਾ, ਜੋ ਉਸ ਟਾਈਮ ਤੇ ਮੌਜੂਦਾ ਪ੍ਰਧਾਨ ਸੀਗੇ ਪਾਰਟੀ ਦੇ, ਜੀ ਉਹ ਚਾਹੁੰਦੇ ਤੇ ਕਿਸੇ ਦੀ ਵੀ ਆਪਣੇ ਆਗੂ ਦੀ ਕ੍ਰਾਂਤੀਕਾਰੀ ਦੀ ਡਿਊਟੀ ਲਾ ਸਕਦੇ ਸੀ। ਇਹ ਜੋਖਮ ਭਰਿਆ ਜੋ ਕੰਮ ਸੀਗਾ ਉਹ ਇਹ ਸੀਗਾ ਵੀ ਉਸ ਜੋ ਉਹਦੀ ਮਤਲਬ ਜਹਾਜ਼ ਦੇ ਵਿੱਚ ਸਵਾਰ ਸੀਗੇ ਸਾਡੇ ਕ੍ਰਾਂਤੀਕਾਰੀ, ਉਹਨਾਂ ਤੱਕ ਕੁਝ ਹਥਿਆਰ ਪਹੁੰਚਾਉਣੇ ਸੀਗੇ। ਜੋ ਬਾਬਾ ਜੀ ਨੇ ਇਹ ਕੰਮ ਆਪਣੇ ਸਿਰ ਲਿਆ ਔਰ ਛੋਟੇ ਜਹਾਜ਼ ਰਾਹੀਂ ਜਾਂ ਛੋਟੀ ਬੇੜੀ ਰਾਹੀਂ ਉਹਨਾਂ ਜਾ ਕੇ ਉਸ ਟਾਈਮ ਤੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਔਰ ਗੁਪਤ ਤਰੀਕੇ ਦੇ ਨਾਲ ਜਿਹੜਾ ਉਹ ਸਮੱਗਰੀ ਸਾਰੀ ਜਿਹੜੀ ਉਹ ਜਹਾਜ਼ ਦੇ ਉੱਤੇ ਪਹੁੰਚਾਈ ਔਰ ਸਾਬਤ ਫਿਰ ਵਾਪਸ ਆਏ। ਔਰ ਇਹ ਇੱਕ ਆਪਾਂ ਪਿੱਛੇ ਜੇ ਵੀ ਅਸੀਂ ਜੋ 5ਵੀਂ ਦੀ ਜਾਂ 6ਵੀਂ ਦੀ ਕਲਾਸ ਦੇ ਵਿੱਚ ਇਹ ਪੜ੍ਹਦੇ ਹਾਂ ਵੀ ਬਾਬਾ ਜੀ ਨੇ ਉਸ ਟਾਈਮ ਤੇ ਅੱਜ ਇਹ ਚੀਜ਼ਾਂ ਜਿਹੜੀਆਂ ਇਹ ਇਤਿਹਾਸ ਆ ਜਿਹੜਾ ਮੈਂ ਤੇ ਫਰੋਲਦਾ ਵਾਂ ਅੱਜ ਕੱਲ੍ਹ ਇਹ 7ਵੀਂ 8ਵੀਂ ਦੇ ਜੋ ਪੰਜਾਬੀ ਦੇ ਜੋ ਬੱਚੇ ਪੜ੍ਹਦੇ ਨੇ ਜੋ ਕਿਤਾਬਾਂ ਨੇ ਉਹ ਬਿਲਕੁਲ ਗਾਇਬ ਹੋ ਗਿਆ ਜੀ। ਮੌਜੂਦਾ ਟਾਈਮ ਤੇ ਬਿਲਕੁਲ ਗਾਇਬ ਹੋ ਚੁੱਕਿਆ ਵਾ। ਹੁਣ ਇੱਕ ਗੱਲ ਜੋ ਅਸੀਂ ਕਰਨਾ ਚਾਹੁੰਦੇ ਹਾਂ, ਅੱਜ ਮੌਜੂਦਾ ਸਰਕਾਰ ਆ ਜਾਂ ਪਹਿਲਾਂ ਤੋਂ ਵੀ ਮੌਜੂਦਾ ਸਰਕਾਰਾਂ ਆਈਆਂ ਨੇ, ਜਦੋਂ 1993 ਦੇ ਵਿੱਚ ਵੀ ਐਲਾਨ ਕੀਤਾ ਸੀਗਾ ਉਸ ਟਾਈਮ ਦੇ ਮੁੱਖ ਮੰਤਰੀ ਨੇ, ਮੌਜੂਦਾ ਸਮੇਂ ਦੇ ਹਾਕਮਾਂ ਨੇ ਕਿ ਬਾਬਾ ਜੀ ਦਾ ਆਦਮਕਦ ਬੁੱਤ ਜਿਹੜਾ ਵਾ ਉਹ ਖਾਸੇ ਚੌਂਕ ਦੇ ਵਿੱਚ ਲਗਾਇਆ ਜਾਊਗਾ। ਅੱਜ ਕਈ ਸਾਲ ਬੀਤਣ ਤੋਂ ਬਾਅਦ ਤਕਰੀਬਨ 25 ਤੋਂ 30-35 ਸਾਲ ਹੀ ਹੋ ਚੱਲੇ ਅਜੇ ਅਸੀਂ ਉਸ ਘਟਨਾ ਦੀ ਯਾਦ ਕਰੀਏ ਤਾਂ ਸਮੇਂ-ਸਮੇਂ ਦੇ ਉੱਤੇ ਜਦੋਂ ਵੀ ਰਾਜਨੀਤੀ ਗਰਮਾਈ ਆ ਔਰ ਵੋਟਾਂ ਲੈਣ ਵਾਸਤੇ ਇਹ ਲੀਡਰ ਪਿੰਡਾਂ ਦੇ ਵਿੱਚ ਆਏ, ਖਾਸ ਕਰਕੇ ਇਹਨਾਂ ਪਿੰਡਾਂ ਦੇ ਵਿੱਚ ਪਿੰਡ ਭਖਣੇ ਦੇ ਵਿੱਚ ਆਏ ਨੇ, ਤਾਂ ਫਿਰ ਤੋਂ ਉਹਨਾਂ ਨੇ ਇਹੀ ਗੱਲ ਕੀਤੀ ਆ। ਆਮ ਪਾਰਟੀ ਨੇ ਇੱਥੇ ਜਦੋਂ ਇਕੱਠ ਕੀਤਾ ਉਹਨਾਂ ਨੇ ਹਿੱਕ ਠੋਕ ਕੇ ਕਿਸੇ ਲੀਡਰ ਨੇ ਕਿਹਾ ਵੀ ਮੈਂ ਆਪਣੀ ਜੇਬ ਦੇ ਵਿੱਚੋਂ ਬੁੱਤ ਲਗਾਵਾਂਗਾ। ਇਹੋ ਹੀ ਐਲਾਨ ਕਾਂਗਰਸ ਸਰਕਾਰ ਨੇ ਕੀਤਾ, ਇਹੋ ਐਲਾਨ ਜਿਹੜਾ ਵਾ ਅਕਾਲੀ ਸਰਕਾਰ ਨੇ ਕੀਤਾ। ਜਦੋਂ ਬਾਬਾ ਜੀ ਦਾ 150 ਸਾਲਾ 1-2 ਸਾਲ ਪਹਿਲੋਂ ਮਨਾਇਆ ਗਿਆ, ਉਸ ਟਾਈਮ ਤੇ ਚੰਡੀਗੜ੍ਹ ਤੋਂ ਨਿਊਜ਼ ਲੱਗੀ ਸੀ ਔਰ ਸਾਰੇ ਚੈਨਲਾਂ ਦੇ ਵਿੱਚ ਰਿਪੀਟ ਹੋਈ ਜੀ ਵੀ ਬਾਬਾ ਸੋਹਣ ਸਿੰਘ ਭਕਨਾ ਦਾ ਜਿਹੜਾ ਵਾ ਉਹ ਬੁੱਤ ਜਿਹੜਾ ਵਾ ਉਹ ਆਦਮਕਦ ਬੁੱਤ ਲਗਾਇਆ ਜਾਊਗਾ। ਬੁੱਤ ਤਾਂ ਵੇਖੋ ਸ਼ਾਰਟ ਬਹੁਤ ਨੇ, ਆਦਮਕਦ ਬੁੱਤ ਲਗਾਇਆ ਜਾਊਗਾ। ਅੱਜ ਸਮਾਂ ਬੀਤਣ ਤੇ ਵੀ ਜਦੋਂ ਇਸ ਬਾਰੇ ਸਮੇਂ-ਸਮੇਂ ਦੇ ਜੋ ਸਮੇਂ ਦੇ ਲੀਡਰ ਨੇ ਕਈਆਂ ਦਫ਼ਤਰਾਂ ਦੇ ਵਿੱਚ ਅਸੀਂ ਜਾ ਕੇ ਪੁੱਛ ਪੜਤਾਲ ਕੀਤੀ, ਡਿਪਟੀ ਕਮਿਸ਼ਨਰ ਸਾਹਿਬ ਦੇ ਵੀ ਦਫ਼ਤਰੇ ਗਏ, ਸਾਨੂੰ ਉਹ ਫਾਈਲ ਹੀ ਨਹੀਂ ਲੱਭੀ। ਜਿਹੜੀ ਕੁਝ ਅਧਿਕਾਰੀਆਂ ਨੇ ਇਹ ਕਿਹਾ ਗਿਆ ਵੀ ਫਾਈਲ ਹੀ ਗੁੰਮ ਹੋ ਗਈ ਆ ਤੇ ਉਹ ਕਦੋਂ ਐਲਾਨ ਕੀਤਾ ਸੀ। ਫਿਰ ਸਾਡੇ ਕੋਲ ਕਟਿੰਗਾਂ ਸੀ ਜੋ ਚੰਡੀਗੜ੍ਹ ਦੀਆਂ ਜੋ ਪੇਪਰਾਂ ਦੇ ਵਿੱਚ ਲੱਗੀਆਂ ਸੀ, ਅਸੀਂ ਫਿਰ ਉਹ ਕਟਿੰਗਾਂ ਉਹਨਾਂ ਨੂੰ ਦੇ ਕੇ ਯਾਦ ਕਰਵਾਇਆ ਵੀ ਆਹ ਵੇਖੋ ਸਾਡੇ ਜਿਹੜੇ ਆ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਵਾ ਬੁੱਤ ਦਾ, ਦੱਸੋ ਫਾਈਲਾਂ ਕਿੱਥੇ ਗਾਇਬ ਹੋ ਗਈਆਂ। ਸੋ ਇਹ ਆ ਵੀ ਸਮੇਂ ਦੇ ਜੋ ਹਾਕਮ ਨੇ ਉਹ ਜੇ ਕੋਈ ਕਲਾਕਾਰ ਮਰ ਜਾਂਦਾ ਵਾ ਉਹਦਾ ਤਾਂ ਆਪਾਂ ਮਹੀਨੇ ਬਾਅਦ ਹੀ ਬੁੱਤ ਕਿਸੇ ਨਾ ਕਿਸੇ ਚੌਂਕ 'ਚ ਨਜ਼ਰ ਆ ਜਾਂਦਾ, ਪਰ ਇਹਨਾਂ ਦੇਸ਼ ਭਗਤਾਂ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦੇਸ਼ ਵਾਸਤੇ ਵਾਰ ਦਿੱਤੀ, ਇਹਨਾਂ ਦੇ ਬੁੱਤ ਕੀ ਇਹਨਾਂ ਦੇ ਇਤਿਹਾਸਕ ਇੱਕੋ ਇੱਕ ਸਕੂਲ ਜੋ ਬਾਬਾ ਜੀ ਦੇ ਨਾਂ 'ਤੇ ਹੈਗਾ, ਉਹ ਸਿਰਫ ਬਾਬਾ ਜੀ ਨੇ ਆਪ ਆਪਣੇ ਹੱਥੀਂ ਬੂਟਾ ਲਾਇਆ ਸੀ, ਅੱਜ ਪ੍ਰਫੁੱਲਤ ਹੋ ਰਿਹਾ। ਉਸ ਤੋਂ ਬਾਅਦ ਨਾ ਕੋਈ ਡਿਗਰੀ ਕਾਲਜ, ਨਾ ਕੋਈ ਇੰਜੀਨੀਅਰਿੰਗ ਕਾਲਜ ਔਰ ਨਾ ਹੀ ਕੋਈ ਖੇਡ ਸਟੇਡੀਅਮ ਬਣਾਇਆ ਗਿਆ ਵਾ, ਕਿਉਂਕਿ ਇਹਨਾਂ ਦੇਸ਼ ਭਗਤਾਂ ਨੂੰ ਜਿਹੜਾ ਵਾ ਉਹ ਯਾਦ ਕੀਤਾ ਜਾ ਸਕੇ। ਔਰ ਸਾਡੀ ਇਹਨਾਂ ਸਮੇਂ ਦੀਆਂ ਸਰਕਾਰਾਂ ਅੱਗੇ ਮੰਗ ਆ ਬਾਬਾ ਜੀ ਦੇ ਨਾਂ 'ਤੇ ਕਿਤੇ ਨਾ ਕਿਤੇ ਇੱਕ ਅੱਜ ਸਾਡੀ ਨੌਜਵਾਨੀ ਜਿਹੜੀ ਆ ਉਹ ਨਸ਼ਿਆਂ 'ਚ ਪੈ ਕੇ ਗਰਕ ਹੋ ਚੁੱਕੀ ਆ। ਜੇ ਅਸੀਂ ਇਹਨਾਂ ਨੂੰ ਬਚਾਉਣਾ ਵਾ, ਜੇ ਅਸੀਂ ਇਹਨਾਂ ਦੇਸ਼ ਭਗਤਾਂ ਨੂੰ ਸਮਰਪਿਤ ਕਰਨਾ ਤੇ ਇੱਕ ਬਾਬਾ ਜੀ ਦੇ ਨਾਂ 'ਤੇ ਕੋਈ ਢੁਕਵੀਂ ਜਗ੍ਹਾ ਦੇ ਉੱਤੇ ਇਹ ਭਕਨੇ ਇਲਾਕੇ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਕੋਈ ਢੁਕਵੀਂ ਜਗ੍ਹਾ ਲੱਗੇ ਇੱਕ ਖੇਡ ਸਟੇਡੀਅਮ ਬਣਾਇਆ ਜਾ ਸਕੇ, ਜਿੱਥੇ ਨੌਜਵਾਨ ਚੰਗੀ ਸਿਹਤ ਲੈ ਕੇ ਆਪਣੇ ਸਰੀਰਕ ਤੌਰ 'ਤੇ ਤਕੜੇ ਹੋ ਸਕਣ। ਕਿਉਂਕਿ ਬਾਬਾ ਜੀ ਇਸ ਚੀਜ਼ ਨੂੰ ਪਹਿਲ ਦਿੰਦੇ ਹੁੰਦੇ ਸੀਗੇ ਵੀ ਉਹ ਸਰੀਰਕ ਤੌਰ 'ਤੇ ਪਹਿਲ ਦਿੰਦੇ ਹੁੰਦੇ ਵੀ ਨਸ਼ਿਆਂ ਵੱਲੋਂ ਹਟ ਕੇ ਅੱਜ ਜੋ ਇੱਥੇ ਤੁਸੀਂ ਦੇਖ ਸਕਦੇ ਕਿ ਜੋ ਉਹਨਾਂ ਸਮਾਰਕ ਦੇ ਉੱਤੇ ਲਿਖਿਆ ਨੌਜਵਾਨ ਉੱਠੋ ਯੁੱਗ ਪਲਟ ਰਿਹਾ ਵਾ। ਜੇ ਅੱਜ ਤੋਂ ਅਸੀਂ 100 ਸਾਲ ਪਹਿਲੋਂ ਵੀ ਗੱਲ ਕਰੀਏ, ਉਸ ਟਾਈਮ ਤੇ ਆਜ਼ਾਦੀ ਦੀ ਗੱਲ ਹੁੰਦੀ ਸੀ ਵੀ ਯੁੱਗ ਪਲਟ ਰਿਹਾ ਵਾ, ਆਪਣੇ ਦੇਸ਼ ਨੂੰ ਆਜ਼ਾਦ ਕਰਵਾਈਏ। ਅੱਜ ਵੀ ਉਹੀ ਗੱਲ ਹੁੰਦੀ ਆ ਵੀ ਉੱਠੋ ਨੌਜਵਾਨੋ ਯੁੱਗ ਪਲਟ ਰਿਹਾ। ਅੱਜ ਅਸੀਂ ਨਸ਼ਿਆਂ 'ਚ ਪੈ ਕੇ ਗਰਕ ਹੋ ਰਹੇ ਹਾਂ। ਆਪਣੀ ਜਵਾਨੀ ਬਚਾਉਣ ਵਾਸਤੇ, ਆਪਣਾ ਭਵਿੱਖ ਬਚਾਉਣ ਵਾਸਤੇ, ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਸਾਡੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ। ਔਰ ਅਸੀਂ ਸਮੇਂ ਦੀਆਂ ਸਰਕਾਰਾਂ ਅੱਗੇ ਮੰਗ ਕਰਦੇ ਹਾਂ ਵੀ ਸਮੇਂ ਦੀਆਂ ਸਰਕਾਰਾਂ ਨੂੰ ਜ਼ਰੂਰ ਇਹਨਾਂ ਦੇਸ਼ ਭਗਤਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ, ਭਾਵੇਂ ਉਹ ਮਹਾਨ ਦੇਸ਼ ਭਗਤ ਬਾਬਾ ਸੋਹਣ ਸਿੰਘ ਜੀ ਭਕਨਾ ਹੋਣ ਜਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣ, ਰਾਜਗੁਰੂ ਸੁਖਦੇਵ ਹੋਣ, ਕਿਉਂਕਿ ਸਮੇਂ ਦੇ ਉੱਤੇ ਜਨਮ ਦਿਹਾੜੇ ਜਾਂ ਸ਼ਹੀਦੀ ਦਿਹਾੜੇ ਦੇ ਉੱਤੇ ਅਸੀਂ ਚੰਦ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਆਪਣਾ ਫਰਜ਼ ਅਦਾ ਕਰ ਲੈਂਦੇ ਹਾਂ। ਪੂਰਾ ਸਾਲ ਅਸੀਂ ਨਹੀਂ ਦੇਖਦੇ ਉਹਨਾਂ ਵੱਲ।
ਬਿਲਕੁਲ ਜੀ, ਇਹ ਸਨ ਜਸਬੀਰ ਸਿੰਘ ਗਿੱਲ ਜੀ, ਜਿਹੜੇ ਕਿ ਬਾਬਾ ਸੋਹਣ ਸਿੰਘ ਭਕਨਾ ਦੇ ਪਰਿਵਾਰ ਦੇ ਵਿੱਚੋਂ ਨੇ। ਇਹਨਾਂ ਦਾ ਇਹ ਕਹਿਣਾ ਹੈ ਕਿ ਬਾਬਾ ਜੀ ਦਾ ਇੱਕੋ ਹੀ ਸੰਦੇਸ਼ ਸੀਗਾ ਨੌਜਵਾਨਾਂ ਨੂੰ ਕਿ ਉੱਠੋ, ਜਾਗੋ, ਯੁੱਗ ਪਲਟਣ ਵਾਲਾ। ਬਿਲਕੁਲ ਨੌਜਵਾਨਾਂ ਦੇ ਸਿਰ ਤੇ ਹੀ ਜਿਹੜੀ ਆ, ਮੋਢਿਆਂ ਦੇ ਉੱਤੇ ਹੀ ਜਿਹੜਾ ਦੇਸ਼ ਦੀ ਤਰੱਕੀ ਦਾ ਜਿਹੜਾ ਭਾਰ ਟਿਕਿਆ ਹੁੰਦਾ। ਤੇ ਇਸ ਦੇ ਨਾਲ ਹੀ ਮੈਂ ਦਰਸ਼ਕਾਂ ਨੂੰ ਇੱਥੇ ਇਹ ਵੀ ਦੱਸ ਦੇਵਾਂ ਕਿ ਜਿਹੜੀਆਂ ਝੰਡੇ ਦੀਆਂ ਤਸਵੀਰਾਂ ਤੁਸੀਂ ਹੁਣੇ ਦੇਖੀਆਂ ਨੇ, ਝੰਡੇ ਦੇ ਨਾਲ ਵੀ ਜਿਹੜੀ ਵੱਡੀ ਜਿਹੜੀ ਉਹ ਛੇੜਛਾੜ ਜਿਹੜੀ ਜਲ੍ਹਿਆਂਵਾਲੇ ਬਾਗ ਦੇ ਵਿੱਚ ਨਵੀਨੀਕਰਨ ਦੇ ਨਾਂ ਤੇ ਕੀਤੀ ਗਈ ਆ, ਉਸ ਨੂੰ ਲੈ ਕੇ ਵੀ ਇਸ ਪਰਿਵਾਰ ਦੇ ਵਿੱਚ ਕਾਫੀ ਰੋਸ਼ ਹੈ। ਇਸ ਤੋਂ ਇਲਾਵਾ ਜਿਹੜਾ ਸੜਕ ਮਾਰਗ ਜਿਹੜਾ ਇਸ ਜਗ੍ਹਾ ਤੱਕ ਪਹੁੰਚਦਾ, ਸਮਾਰਕ ਤੱਕ ਪਹੁੰਚਦਾ, ਉਸ ਸੜਕ ਦੀ ਜਿਹੜੀ ਹਾਲਤ ਹੈ ਉਹ ਵੀ ਬੇਹੱਦ ਖਸਤਾ ਬਣੀ ਹੋਈ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਵੱਲ ਥੋੜ੍ਹਾ ਧਿਆਨ ਦੇਵੇ। ਜੇਕਰ ਇਹੋ ਜਿਹੇ ਸ਼ਹੀਦਾਂ ਦੀ ਮੈਂ ਗੱਲ ਕਰਾਂ ਤਾਂ ਸ਼ਹੀਦ ਭਗਤ ਸਿੰਘ ਦੇ ਅੱਜ ਜਿਹੜਾ ਪਰਿਵਾਰ ਆ, ਜਾਂ ਸ਼ਹੀਦ ਊਧਮ ਸਿੰਘ ਦਾ ਪਰਿਵਾਰ ਆ, ਦਿਹਾੜੀਆਂ ਕਰਨ ਲਈ ਮਜਬੂਰ ਆ। ਪਰ ਜਿਹੜੇ ਕੁਝ ਗਿਣਤੀ ਚੁਣਤੀ ਦੇ ਜਿਨ੍ਹਾਂ ਅੰਗਰੇਜ਼ਾਂ ਦੀ ਚਾਪਲੂਸੀ ਕੀਤੀ, ਅੱਜ ਉਹ ਏਸੀ ਦਫ਼ਤਰਾਂ ਵਿੱਚ ਬੈਠੇ ਆਨੰਦ ਮਾਰ ਰਹੇ, ਜੋ ਕਿ ਬੇਹੱਦ ਹੀ ਅਫਸੋਸ ਦੀ ਗੱਲ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਪਰਿਵਾਰ ਦੀਆਂ ਜਾਂ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੰਗਾਂ ਸਰਕਾਰ ਕਦੋਂ ਪ੍ਰਵਾਨ ਕਰਦੀ ਹੈ ਤੇ ਕਦੋਂ ਇਹਨਾਂ ਨੂੰ ਜਿਹੜਾ ਸ਼ਹੀਦ ਹੋਣ ਦਾ ਦਰਜਾ ਸਹੀ ਤਰੀਕੇ ਦੇ ਨਾਲ ਮਿਲਦਾ ਹੈ। ਮੈਂ ਸਰਵਨ ਸਿੰਘ ਰੰਧਾਵਾ, ਤੇਜ ਪੰਜਾਬ ਨਿਊਜ਼ ਲਈ ਅੰਮ੍ਰਿਤਸਰ ਤੋਂ।